ਔਰ ਕੁਦਰਤ ਵੱਲੋਂ ਇੱਧਰੋਂ ਐਡ ਚੱਲ ਰਹੀ ਹੈ ਪੇਸ ਲਾ ਦੀ, ਤੇ ਉੱਧਰੋਂ ਅਨੂ ਜੀ ਮੇਰੇ ਨਾਲ ਲਾਈਨ ਦੇ ਉੱਤੇ ਆ ਗਏ ਹੈ। ਤੇ ਹਰ ਸ਼ੁੱਕਰਵਾਰ ਤੁਹਾਨੂੰ ਬੜੀ ਇੰਤਜ਼ਾਰ ਹੁੰਦੀ ਹੈ ਇਹਨਾਂ ਨਾਲ ਵੀ ਗੱਲਬਾਤ ਦੀ, ਕਿਉਂਕਿ ਕਾਫੀ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਆਉਂਦੇ ਆ। ਅਨੂ ਜੀ ਸਵਾਗਤ ਕਰਦੇ ਹਾਂ ਤੁਹਾਡਾ। गुड मॉर्निंग रजिंदर जी। इस तो पहले कि अपना असी प्रोग्राम अदा शुरू करिए, मैं तुहानू ते तुहाडी पूरी प्रवासी दी टीम नू तुहाडी 20th एनिवर्सरी दी बहुत बहुत मुबारकबाद देना चाहांगी। तुसी अपने एक्सैप्शनल काम दे नाल नेशनली ते इंटरनेशनली रिस्पैक्ट ते प्यार अपनी कम्यूनिटी दा लिता हैगा, ते तुसी साडी कम्यूनिटी दे मतलब पिलर दी तरह बहुत इंपॉर्टेंट हिस्सा हैगे हो। वेरी वेरी थैंक यू अनु जी। और कल साडे लिसनर गल्फ तो, एजैक्स तो, हैमिल्टन तो, स्टोनी क्रीक तो इन्ना क मैनू साडी टीम ने दस्सिया है। हरमीत महक साडी रिसैप्शनिस्ट है जी, साडा काउंटिंग दा भी काम नाल नाल देखदी है, ਉਹੀ ਸਾਰਿਆਂ ਨੂੰ ਮੈਸੇਜ ਭੇਜ ਰਹੀ ਹੈ। ਓਨੈਸਟਲੀ ਮੈਂ ਤੇ ਫੋਨ ਨਹੀਂ ਕਰ ਪਾਇਆ ਜ਼ਿਆਦਾ ਕਰਕੇ, ਪਰ ਤੁਹਾਡੇ ਦੂਰ ਦੂਰ ਤੋਂ ਮੈਸੇਜ ਤੁਹਾਨੂੰ ਆ ਰਹੇ ਆ ਸਾਡੇ ਲਿਸਨਰਸ ਦੇ। ਸਾਰੇ ਜਣੇ ਆਪਣੇ ਬੱਚਿਆਂ ਦੇ ਨਾਲ ਆ ਰਹੇ ਆ। ਮੈਨੂੰ ਬੜਾ ਅੱਛਾ ਲੱਗ ਰਿਹਾ ਸੁਣ ਕੇ। ਇੱਕ ਕਿੰਨੇ ਸਾਨੂੰ ਕਾਲਸ ਆਈਆਂ, ਕਪਲ ਕੋਈ ਸਾਡੇ ਲਿਸਨਰ ਨੇ ਮੈਂ ਕਦੀ ਮਿਲਿਆ ਨਹੀਂ, ਉਹ ਕਹਿੰਦੇ ਮੈਂ ਬੱਚਿਆਂ ਨੂੰ ਨਾਲ ਲੈ ਕੇ ਆ ਰਿਹਾ, ਸਟੂਡੀਓ ਦਿਖਾਣਾ ਹੈ, ਤੁਹਾਡਾ ਆਫਿਸ ਦਿਖਾਣਾ ਹੈ। ਅੱਛਾ ਲੱਗ ਰਿਹਾ। ਬਹੁਤ ਸਾਰੀਆਂ ਫੈਮਲੀਜ਼ ਆ ਰਹੀਆਂ ਤੇ ਥੈਂਕ ਯੂ ਸੋ ਮਚ। ਆਓ ਕੱਲ ਆਪਾਂ ਨਾਸ਼ਤਾ ਵੀ ਕਰਾਂਗੇ ਇਕੱਠੇ, ਬ੍ਰੇਕਫਾਸਟ ਹੈ ਸਵੇਰੇ ਤੇ ਦੁਪਹਿਰ ਨੂੰ ਲੰਚ ਹੈ ਜੀ, ਅੱਛਾ ਲੱਗੇਗਾ। ਔਰ ਅਨੂ ਜੀ ਨੂੰ ਵੀ, ਤੁਹਾਨੂੰ ਵੀ ਬਹੁਤ ਲੋਕ ਮਿਲਣਾ ਚਾਹੁੰਦੇ। ਅਨੂ ਜੀ ਮੈਨੂੰ ਬੜੀਆਂ ਕਾਲਸ ਆਈਆਂ ਤੇ ਤੁਹਾਨੂੰ ਮੈਂ ਜਿਹੜੇ ਤੁਹਾਡੇ ਫੈਨਸ ਕਹਿ ਲਓ ਜਾਂ ਤੁਹਾਡੇ ਜਿਹੜੇ ਲਿਸਨਰ ਕਹਿ ਲਓ, ਉਹ ਵੀ ਤੁਹਾਨੂੰ ਕੱਲ ਮਿਲਣਾ ਚਾਹਣਗੇ। ਆਓਗੇ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ, ਠੀਕ ਹੈ ਜੀ? ਹਾਂਜੀ, ਵੀ ਲੁੱਕ ਫਾਰਵਰਡ ਟੂ ਦੈਟ। ਥੈਂਕ ਯੂ ਸੋ ਮਚ ਜੀ। ਅੱਜ ਹਾਂ ਮੈਂ ਹੁਣੇ ਥੋੜੀ ਦੇਰ ਪਹਿਲਾਂ ਇੱਕ ਨਿਊਜ਼ ਸਾਂਝੀ ਕੀਤੀ ਹੈ ਕਿ ਬਰੈਂਪਟਨ ਦੇ ਵਿੱਚ ਇੱਕ 70 ਸਾਲ ਦੇ ਕਰੀਬ ਬਜ਼ੁਰਗ ਜਿਹੜੇ ਹੈ ਉਹ ਪੈਡੈਸਟਰੀਅਨ ਕੱਲ ਇੱਕ ਟਰੱਕ ਦੇ ਹੇਠ ਆ ਗਏ ਹੈ ਤੇ ਉਹਨਾਂ ਦੀ ਡੈਥ ਹੋ ਗਈ ਹੈ। ਤੇ ਬੜਾ ਹੀ ਦਰਦਨਾਕ ਹਾਦਸਾ ਕੱਲ ਕੋਈ ਸ਼ਾਮ ਨੂੰ 6:30 ਵਜੇ ਵਾਪਰਿਆ ਬਰੈਂਪਟਨ ਦੇ ਵਿੱਚ, ਕੈਨੇਡੀ ਔਰ ਬੋਵੇਡ ਦੇ ਇੰਟਰਸੈਕਸ਼ਨ ਤੇ। ਔਰ ਬਹੁਤ ਹੀ ਦੁਖਦਾਈ ਕੱਲ ਦਾ ਇਹ ਹਾਦਸਾ। ਤੇ ਰੋਜ਼ ਜਿਹੜੀਆਂ ਇਹੋ ਜਿਹੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ, ਪਰਟੀਕੂਲਰਲੀ ਇਹ ਜਿਹੜੇ ਸਾਡੇ ਦੋ ਏਰੀਏ ਮੈਂ ਦੇਖੇ, ਇੱਕ ਤੇ ਜਿਹੜੇ ਨਵੇਂ ਇਲਾਕੇ ਜਿੱਥੇ ਲੋਕ ਆਉਂਦੇ ਆ ਇਮੀਗ੍ਰੈਂਟਸ, ਬਹੁਤਾ ਰੋਡ ਕ੍ਰਾਸ ਕਰਨ ਦੀ ਕਈ ਵਾਰੀ ਨਹੀਂ ਹੁੰਦੀ ਅਵੇਅਰਨੈਸ, ਤੇ ਇੱਕ ਡਾਊਨਟਾਊਨ 'ਚ ਵੀ ਮੈਂ ਦੇਖਿਆ ਬੜੀ ਕਾਹਲੀ ਹੁੰਦੀ ਹੈ, ਲੋਕਾਂ ਨੂੰ ਭੱਜ ਨੱਠ ਪਈ ਹੁੰਦੀ ਹੈ, ਤੇ ਉੱਥੇ ਦੇ ਇੰਟਰਸੈਕਸ਼ਨ ਹੀ ਬਹੁਤ ਨੇ। ਸੋ ਇਸ ਤਰ੍ਹਾਂ ਦੇ ਬੜੇ ਹਾਦਸੇ ਪੈਡੈਸਟਰੀਅਨ ਦੇ ਹੁੰਦੇ ਆ। ਅਨੂ ਜੀ ਅੱਜ ਉਹਦੇ ਬਾਰੇ ਗੱਲ ਕਰਨਗੇ ਜੀ। ਅਨੂ ਜੀ ਪਲੀਜ਼ ਗੋ ਹੈਡ। ਹਾਂਜੀ, ਅੱਜ ਕੱਲ ਜਿਵੇਂ ਤੁਸੀਂ ਰਾਈਟਲੀ ਕਿਹਾ ਕਿ ਅੱਜ ਕੱਲ ਜਿਵੇਂ ਸਮੇਂ ਦਾ ਟਾਈਮ ਆ ਰਿਹਾ ਹੈਗਾ, ਪੈਡੈਸਟਰੀਅਨ ਟ੍ਰੈਫਿਕ ਜਿਹੜਾ ਵੱਧ ਜਾ ਰਿਹਾ ਹੈਗਾ, ਤੇ ਸਾਨੂੰ ਪੈਡੈਸਟਰੀਅਨ ਸੇਫਟੀ ਦੇ ਬਾਰੇ ਵਿੱਚ ਬਹੁਤ ਹੀ ਕੇਅਰਫੁਲ ਹੋਣਾ ਚਾਹੀਦਾ ਹੈਗਾ। ਮੈਂ ਪਿਛਲੇ ਤਕਰੀਬਨ 23 ਸਾਲ ਤੋਂ ਇਹ ਪਰਸਨਲ ਇੰਜਰੀ ਦਾ ਜਿਵੇਂ ਕੰਮ ਕਰਦੀ ਹੈਗੀ ਹਾਂ। ਪਰਸਨਲੀ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਐਕਸੀਡੈਂਟ ਕਲੇਮ ਹੈਂਡਲ ਕੀਤੇ ਨੇ ਜਿਹਦੇ ਵਿੱਚ ਪੈਡੈਸਟਰੀਅਨ ਯਾਨੀ ਕਿ ਪੈਦਲ ਚੱਲਣ ਵਾਲੇ ਜਿਹੜੇ ਲੋਕ ਹੈਗੇ ਉਹ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਹੈਗੇ ਨੇ। ਤੇ ਪੈਡੈਸਟਰੀਅਨ ਦੀ ਜਿਹੜੀ ਇੰਜਰੀਜ਼ ਹੁੰਦੀਆਂ ਨੇ ਉਹ ਬਹੁਤ ਸੀਰੀਅਸ ਇੰਜਰੀ ਹੋ ਸਕਦੀਆਂ ਹੈ, ਤੇ ਅਨਫੋਰਚੂਨੇਟਲੀ ਪੈਡੈਸਟਰੀਅਨ ਦੀ ਮੌਤ ਵੀ ਹੋ ਸਕਦੀ ਹੈਗੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿਹੜਾ ਨਾ ਪੈਡੈਸਟਰੀਅਨ ਸੇਫਟੀ ਬੜੀ ਸੀਰੀਅਸਲੀ ਲੈਣੀ ਚਾਹੀਦੀ ਹੈਗੀ। ਤੇ ਜਿਹੜੀ ਪੈਡੈਸਟਰੀਅਨ ਦੀ ਜ਼ਿੰਮੇਦਾਰੀ ਹੈਗੀ ਉਹ ਦੋਨਾਂ ਪਾਰਟੀਆਂ ਦੀ ਹੈਗੀ। ਜਿਹੜੇ ਪੈਦਲ ਚੱਲਣ ਵਾਲੇ ਲੋਕ ਹੈਗੇ ਉਹਨਾਂ ਦੀ ਵੀ ਜ਼ਿੰਮੇਦਾਰੀ ਹੈਗੀ, ਤੇ ਜਿਵੇਂ ਗੱਡੀ ਚਲਾ ਰਹੇ ਹੈਗੇ ਨੇ ਉਹਨਾਂ ਦੀ ਵੀ ਜ਼ਿੰਮੇਦਾਰੀ ਹੈਗੀ, ਤੇ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਦਾਰੀ ਹੈਗੀ। ਤੇ ਕਿਉਂਕਿ ਇਹ ਕਾਫੀ ਐਕਸਟੈਂਸਿਵ ਟੌਪਿਕ ਹੈ, ਅੱਜ ਅਸੀਂ ਗੱਲ ਕਰਾਂਗੇ ਜਿਹੜੇ ਪੈਡੈਸਟਰੀਅਨ ਹੈਗੇ ਨੇ ਉਹਨਾਂ ਦੀ ਕੀ ਟਿਪਸ ਹੈਗੇ, ਉਹਨਾਂ ਦੀ ਕੀ ਜ਼ਿੰਮੇਵਾਰੀ ਹੈਗੀ। ਤੇ ਨੈਕਸਟ ਵੀਕ ਜਿਹੜਾ ਆਪਾਂ ਗੱਲ ਕਰਾਂਗੇ ਤਾਂ ਅਸੀਂ ਗੱਲ ਕਰਾਂਗੇ ਜਿਹੜੀ ਡਰਾਈਵਰਸ ਹੈਗੀ ਉਹਨਾਂ ਦੇ ਪੈਡੈਸਟਰੀਅਨ ਦੇ ਪ੍ਰਤੀ ਕੀ ਜ਼ਿੰਮੇਵਾਰੀ ਹੈਗੀ। ਤੇ ਅੱਜ ਅਸੀਂ ਪੈਡੈਸਟਰੀਅਨ ਦੇ ਬਾਰੇ ਗੱਲ ਕਰਾਂਗੇ। ਤੇ ਪਹਿਲੀ ਗੱਲ ਤੇ ਇਹ ਵੀ ਤੁਸੀਂ ਇੰਟਰਸੈਕਸ਼ਨ ਤੇ ਸਾਵਧਾਨ ਰਹੋ, ਸਪੈਸ਼ਲੀ ਜਦੋਂ ਗੱਡੀਆਂ ਲੈਫਟ ਜਾਂ ਰਾਈਟ ਟਰਨ ਮੋੜ ਲੈ ਰਹੀ ਹੈਗੀਆਂ ਨੇ। ਡਰਾਈਵਰਸ ਜਿਹੜੇ ਹੈਗੇ ਨੇ ਉਹ ਤਕਰੀਬਨ ਜਿਹੜੇ ਟ੍ਰੈਫਿਕ ਦੀ ਗੱਡੀਆਂ ਆ ਰਹੀਆਂ ਹੈਗੀਆਂ ਨੇ ਉਹਨਾਂ ਨੂੰ ਧਿਆਨ ਦਿੰਦੇ ਹੈਗੇ ਨੇ, ਤੇ ਪੈਡੈਸਟਰੀਅਨ ਕਈ ਵਾਰ ਉਹ ਨਹੀਂ ਦੇਖਦੇ ਹੈਗੇ ਨੇ। ਸਪੈਸ਼ਲੀ ਮੈਂ ਵੇਖਿਆ ਹੈਗਾ ਬਹੁਤ ਸਾਰੇ ਮੈਨੂੰ ਇਸ ਤਰ੍ਹਾਂ ਦੇ ਐਕਸੀਡੈਂਟ ਕੇਸਿਸ ਆਉਂਦੇ ਨੇ ਜਿਹਦੇ ਵਿੱਚ ਜਿਵੇਂ ਡਰਾਈਵਰ ਜਦੋਂ ਰਾਈਟ ਟਰਨ ਲੈਂਦੇ ਹੈਗੇ ਨੇ ਤੇ ਲਾਈਵ ਟ੍ਰੈਫਿਕ ਦੇ ਵਿੱਚੋਂ ਜਦੋਂ ਉਹ ਰਾਈਟ ਟਰਨ ਲੈ ਰਹੇ ਹੈਗੇ ਨੇ ਉਹਨਾਂ ਦਾ ਧਿਆਨ ਜਿਹੜਾ ਹੁੰਦਾ ਹਮੇਸ਼ਾ ਤਕਰੀਬਨ ਲੈਫਟ ਤਰਫ ਹੁੰਦਾ ਹੈ, ਕਿਉਂਕਿ ਲੈਫਟ ਤਰਫ ਉਹਨਾਂ ਦਾ ਟ੍ਰੈਫਿਕ ਆ ਰਿਹਾ ਹੁੰਦਾ। ਤੇ ਜੇ ਕੋਈ ਬੰਦਾ ਪਿੱਛੋਂ ਸਾਈਡ ਵਾਕ ਤੋਂ ਆ ਕੇ ਉਹਨਾਂ ਦੇ ਸਾਹਮਣੇ ਸਟੈਪ ਹੋ ਜਾਏ ਉਹਨਾਂ ਨੂੰ ਨਹੀਂ ਪਤਾ ਚੱਲਦਾ, ਕਿਉਂਕਿ ਉਹਨਾਂ ਦਾ ਫੋਕਸ ਕਿਤੇ ਹੋਰ ਰਹਿੰਦਾ ਹੈਗਾ। ਤੇ ਤੁਸੀਂ ਮੇਕ ਸ਼ੋਰ ਕਿ ਜਦੋਂ ਵੀ ਕੋਈ ਵੀ ਡਰਾਈਵਰ ਲੈਫਟ ਜਾਂ ਰਾਈਟ ਟਰਨ ਲੈ ਰਿਹਾ ਹੈਗਾ, ਮੇਕ ਸ਼ੋਰ ਕਿ ਤੁਸੀਂ ਵਿਜ਼ੀਬਲ ਹੋ।
ਇਹ ਨਾ ਸੋਚੋ ਕਿ ਸਾਡਾ ਰਾਈਟ ਆਫ ਵੇ ਹੈ ਤੇ ਅਸੀਂ ਚਲੇ ਜਾਣਗੇ। ਜੇ ਤੁਹਾਡਾ ਰਾਈਟ ਆਫ ਵੇ ਹੈ ਤਾਂ ਵੀ ਤੁਸੀਂ ਇਹ ਮੇਕ ਸ਼ੋਰ ਕਰੋ ਕਿ ਜਿਹੜਾ ਡਰਾਈਵਰ ਹੈ ਉਹ ਤੁਹਾਨੂੰ ਦੇਖ ਰਿਹਾ ਹੈਗਾ। ਜੇ ਪੋਸੀਬਲ ਹੋਏ ਤੇ ਉਹਨਾਂ ਨਾਲ ਆਈ ਕੰਟੈਕਟ ਲਗਾਓ ਤਾਂ ਕਿ ਉਹਨੂੰ ਪਤਾ ਚੱਲੇ ਵੀ ਹਾਂ ਤੁਸੀਂ ਜਾ ਰਹੇ ਹੈਗੇ ਹੋ। ਕਈ ਵਾਰ ਫਿਰ ਉਹ ਤੁਹਾਨੂੰ ਹੱਥ ਦੇ ਨਾਲ ਇਸ਼ਾਰਾ ਵੀ ਕਰਦੇ ਹੈਗੇ ਨੇ। ਮੇਕ ਸ਼ੋਰ ਵੀ ਤੁਸੀਂ ਡਰਾਈਵਰ ਨੂੰ ਵਿਜ਼ੀਬਲ ਹੋ। ਸੈਕਿੰਡ ਗੱਲ ਹੈਗੀ ਵੀ ਤੁਸੀਂ ਹਮੇਸ਼ਾ ਕ੍ਰਾਸ ਵਾਕ ਤੇ ਕ੍ਰਾਸ ਕਰੋ, ਜੇ ਵਾਕਿੰਗ ਨਾ ਕਰੋ ਜਾਂ ਸੜਕ ਦੇ ਵਿੱਚ ਜਾਂ ਅਗੇਂਸਟ ਰੈਡ ਲਾਈਟ ਹੈਗੇ ਤੁਸੀਂ ਕ੍ਰਾਸ ਨਾ ਕਰੋ, ਕਿਉਂਕਿ ਜਦੋਂ ਤੁਸੀਂ ਸੜਕ ਦੇ ਵਿਚਕਾਰ ਕ੍ਰਾਸ ਵਾਕ ਦੀ ਬਜਾਏ ਜੇ ਤੁਸੀਂ ਸੜਕ ਦੇ ਵਿਚਕਾਰ ਕ੍ਰਾਸ ਕਰਦੇ ਹੈਗੇ ਹੋ ਤੇ ਡਰਾਈਵਰਸ ਆਰ ਨਾਟ ਐਕਸਪੈਕਟਿੰਗ ਦੈਟ ਤੇ ਤਕਰੀਬਨ ਲੋਕਾਂ ਦਾ ਐਸਟੀਮੇਟ ਜਿਹੜਾ ਹੈ ਨਾ ਉਹ ਗਲਤ ਹੁੰਦਾ ਹੈਗਾ। ਜਿਵੇਂ ਲੋਕੀ ਸੋਚਦੇ ਹੈਗੇ ਨੇ ਵੀ ਅਸੀਂ ਅਸੀਂ ਭੱਜ ਕੇ ਬੱਸ ਲੈ ਲਾਂਗੇ ਜਾਂ ਭੱਜ ਕੇ ਗੱਡੀਆਂ ਦੂਰ ਹੈਗੀਆਂ ਨੇ। ਬਹੁਤ ਸਾਰੇ ਮੈਂ ਤੁਹਾਨੂੰ ਮਤਲਬ ਅਣਗਿਣਤ ਕੇਸਿਸ ਮੈਂ ਇਸ ਤਰ੍ਹਾਂ ਦੇ ਕੀਤੇ ਹੈਗੇ ਨੇ, ਜਿਵੇਂ ਲੋਕੀ ਵਿਚਕਾਰ ਸਟਰੀਟ ਤੋਂ ਰਨ ਕਰਦੇ ਹੈਗੇ ਨੇ ਕਿਉਂਕਿ ਉਹਨਾਂ ਦੀ ਬੱਸ ਹੈਗੀ, ਦੇਰ ਹੋ ਰਹੀ ਹੈਗੀ ਜਾਂ ਰੈਡ ਲਾਈਟ ਹੈਗੀ ਤੇ ਬੱਸ ਖੜੀ ਹੈਗੀ। ਉਹ ਸੋਚਦੇ ਹੈਗੇ ਨੇ ਵੀ ਟ੍ਰੈਫਿਕ ਦੂਰ ਹੈਗਾ ਤਾਂ ਅਸੀਂ ਭੱਜ ਕੇ ਗੱਡੀ ਲੈ ਲਾਂਗੇ ਤੇ ਪਲੀਜ਼ ਡੋਂਟ ਡੂ ਦੈਟ। ਬਹੁਤ ਸਾਰੇ ਕੇਸਿਸ ਜਿਹੜੇ ਹੈਗੇ ਨੇ ਅਸੀਂ ਦੇਖੇ ਨੇ। ਪਲੀਜ਼ ਟ੍ਰੈਫਿਕ ਸਿਗਨਲ ਦਾ ਪਾਲਣ ਕਰੋ। ਇੱਕ ਹੋਰ ਗੱਲ ਹੈਗੀ, ਅੱਜ ਕੱਲ ਜਿਹੜੀ ਸੈੱਲ ਫੋਨ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਬਿਮਾਰੀ ਹੈ ਰਜਿੰਦਰ ਜੀ। ਲੋਕੀ ਸੜਕ ਚਲਦੇ ਜਾਂ ਤੇ ਟੈਕਸਟ ਕਰ ਰਹੇ ਹੈਗੇ ਨੇ ਜਾਂ ਫਿਰ ਆਪਣਾ ਮਿਊਜ਼ਿਕ ਪਲੇ ਕਰ ਰਹੇ ਹੈਗੇ ਨੇ ਤੇ ਆਪਣੇ ਆਸ-ਪਾਸ ਦੇ ਜਿਹੜੇ ਚਾਰੋਂ ਇਰਦ ਗਿਰਦ ਜਿਹੜਾ ਤੁਹਾਡਾ ਹੋ ਰਿਹਾ ਹੈਗਾ ਉਹਦਾ ਧਿਆਨ ਦੇਣ ਦੇ ਬਜਾਏ ਉਹਨਾਂ ਦੀ ਅੱਖਾਂ ਜਿਹੜੀ ਹੈਗੀਆਂ ਨੇ ਇਹ ਸੈੱਲ ਫੋਨ ਤੇ ਜੁੜੀਆਂ ਹੋਈਆਂ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਐਕਸੀਡੈਂਟ ਅਵੋਇਡ ਹੋ ਸਕਦੇ ਸੀ ਜੇ ਲੋਕੀ ਸਿੰਪਲੀ ਦੇ ਵਰ ਪੇਇੰਗ ਅਟੈਂਸ਼ਨ। ਤੇ ਇਸ ਦਾ ਸਭ ਤੋਂ ਵੱਡਾ ਐਗਜ਼ਾਮਪਲ ਮੈਂ ਵੇਖਿਆ ਉਹ ਜਿਵੇਂ ਪੈਡੈਸਟਰੀਅਨ ਜਿਹੜੇ ਸਾਈਡ ਵਾਕ ਤੇ ਚੱਲਦੇ ਹੈਗੇ ਨੇ, ਸਾਈਡ ਵਾਕ ਤੇ ਚੱਲ ਰਹੇ ਹੈਗੇ ਨੇ ਤੇ ਆਪਣੇ ਫੋਨ ਦੇ ਵਿੱਚ ਮਸਤ ਹੈਗੇ ਨੇ। ਤੇ ਕਈ ਵਾਰ ਹੁੰਦਾ ਹੈ ਜਿਵੇਂ ਜਦੀ ਗੱਡੀਆਂ ਆਪਣੇ ਡਰਾਈਵੇ ਦੇ ਪਾਰਕ ਹੁੰਦੀਆਂ ਨੇ ਤੇ ਉਹ ਰਿਵਰਸ ਕਰਕੇ ਬਾਹਰ ਆਉਂਦੀਆਂ ਹੈਗੇ ਨੇ। ਜੇ ਰਿਵਰਸ ਕਰਕੇ ਬਾਹਰ ਆਉਂਦੀਆਂ ਹੈਗੇ ਨੇ ਕਈ ਵਾਰ ਉਹ ਧਿਆਨ ਨਹੀਂ ਦਿੰਦੀਆਂ ਹੈਗੇ ਨੇ ਕਿ ਸਾਈਡ ਵਾਕ ਤੇ ਪੈਡੈਸਟਰੀਅਨ ਜਾ ਰਹੇ ਹੈਗੇ ਨੇ। ਜੇ ਤੁਸੀਂ ਤੁਹਾਡਾ ਫੋਨ ਦੇ ਵਿੱਚ ਧਿਆਨ ਨਾ ਹੋਏ, ਤੁਸੀਂ ਯੂ ਕੈਨ ਪੇ ਅਟੈਂਸ਼ਨ ਕਿ ਤੁਸੀਂ ਕਿਸੇ ਡਰਾਈਵੇ ਨੂੰ ਕ੍ਰਾਸ ਕਰਕੇ ਸਾਈਡ ਵਾਕ ਤੇ ਜਾ ਰਹੇ ਹੈਗੇ ਹੋ। ਤੁਸੀਂ ਦੇਖੋ ਵੀ ਡਰਾਈਵੇ ਦੇ ਵਿੱਚ ਗੱਡੀ ਦਾ ਲਾਈਟ ਤੇ ਨਹੀਂ ਆਨ ਹੈ ਵੀ ਕੋਈ ਗੱਡੀ ਦੇ ਵਿੱਚ ਜਾ ਤੇ ਨਹੀਂ ਰਹਿ ਗਿਆ। ਮੇਕ ਸ਼ੋਰ ਕਿ ਕੋਈ ਪੈਡੈਸਟਰੀਅਨ ਨੂੰ ਮਤਲਬ ਜਿਹੜਾ ਵਿਜ਼ੀਬਲ ਤੁਸੀਂ ਵਿਜ਼ੀਬਲ ਹੈਗੇ ਹੋ ਤੇ ਜੇ ਕੋਈ ਰਿਵਰਸ ਕਰਕੇ ਆ ਰਿਹਾ ਹੈਗਾ ਮੇਕ ਸ਼ੋਰ ਉਸ ਚੀਜ਼ ਨੂੰ ਤੁਸੀਂ ਧਿਆਨ ਦਿਓ। ਸੇਮ ਵੇ ਜੇ ਤੁਸੀਂ ਪਾਰਕਿੰਗ ਲਾਟ ਦੇ ਵਿੱਚ ਹੈਗੇ ਹੋ ਤੇ ਪਾਰਕਿੰਗ ਲਾਟ ਦੇ ਵਿੱਚ ਜਾ ਰਹੇ ਹੋ, ਕਈ ਵਾਰ ਗੱਡੀਆਂ ਰਿਵਰਸ ਪਾਰਕਿੰਗ ਲਾਟ ਤੇ ਆ ਰਹੀਆਂ ਹੁੰਦੀਆਂ ਨੇ ਤੇ ਲੋਕੀ ਧਿਆਨ ਨਹੀਂ ਦਿੰਦੇ ਹੈਗੇ ਨੇ। ਸਪੈਸ਼ਲੀ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਦੇਖੇ ਨੇ ਜਿਵੇਂ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੇ ਐਕਸੀਡੈਂਟ ਅਕਸਰ ਮੈਂ ਆਮ ਦੇਖੇ ਨੇ। ਕਿਉਂਕਿ ਉਹਨਾਂ ਦੀ ਇੱਕ ਤੇ ਹਾਈਟ ਛੋਟੀ ਹੁੰਦੀ ਹੈਗੀ ਤੇ ਜਿਵੇਂ ਗੱਡੀ ਜਿਵੇਂ ਉੱਚੀ ਗੱਡੀ ਹੋਏ, SUV ਹੋਏ ਵਗੈਰਾ ਹੋਏ ਤੇ ਛੋਟੇ ਬੱਚਿਆਂ ਦੀ ਹਾਈਟ ਦੀ ਵਜ੍ਹਾ ਨਾਲ ਜੇ ਦੇਖ ਵੀ ਰਹੇ ਹੋਗੇ ਨੇ ਉਹ ਰਿਵਰਸ ਦੇ ਵਿੱਚ ਉਹ ਬੱਚਿਆਂ ਨੂੰ ਨਹੀਂ ਦੇਖ ਪਾਉਂਦੇ ਹੈਗੇ ਨੇ ਜਾਂ ਫਿਰ ਛੋਟੇ ਬੱਚੇ ਅਨਪ੍ਰੈਡਿਕਟੇਬਲ ਹੁੰਦੇ ਨੇ, ਹੱਥ ਛੁਡਾ ਕੇ ਧਿਆਨ ਨਹੀਂ ਦਿੰਦੇ ਹੈਗੇ ਨੇ। ਸੋ ਬੀ ਵੈਰੀ ਵੈਰੀ ਕੇਅਰਫੁਲ ਜਦੋਂ ਵੀ ਤੁਸੀਂ ਪਾਰਕਿੰਗ ਲਾਟ ਦੇ ਵਿੱਚ ਹੈਗੇ ਹੋ, ਆਪਣੇ ਬੱਚਿਆਂ ਦਾ ਹੱਥ ਫੜ ਕੇ ਰਹੋ ਬਿਕਾਜ਼ ਦੇ ਆਰ ਅਨਪ੍ਰੈਡਿਕਟੇਬਲ। ਇੱਕ ਹੋਰ ਬਹੁਤ ਵੱਡੀ ਗੱਲ ਹੈਗੀ ਬੱਚਿਆਂ ਨਾਲ, ਪਲੀਜ਼ ਲੀਡ ਬਾਈ ਐਗਜ਼ਾਮਪਲ। ਤੁਸੀਂ ਬੱਚਿਆਂ ਨੂੰ ਜੋ ਮਰਜ਼ੀ ਕਹਿ ਲਓ, ਉਹ ਬੱਚੇ ਉਹ ਨਹੀਂ ਕਰਨਗੇ ਜੋ ਤੁਸੀਂ ਉਹਨਾਂ ਨੂੰ ਕਹੋਗੇ। ਬੱਚੇ ਉਹ ਕਰਨਗੇ ਜੋ ਤੁਹਾਨੂੰ ਕਰਦੇ ਹੋਣ ਦੇਖਣਗੇ। ਤੇ ਕਈ ਵਾਰ ਮੈਂ ਵੇਖਿਆ ਜਿਵੇਂ ਫੈਮਲੀਜ਼ ਹੈਗੀਆਂ ਨੇ, ਜੇ ਕੋਈ ਟ੍ਰੈਫਿਕ ਨਹੀਂ ਆ ਰਿਹਾ, ਰੈਡ ਲਾਈਟ ਹੋ ਗਈ, ਉਹ ਫਿਰ ਵੀ ਕ੍ਰਾਸ ਕਰ ਜਾਂਦੇ ਹੈਗੇ ਨੇ ਰੈਡ ਲਾਈਟ ਤੇ। ਉਹ ਸੋਚਦੇ ਹੈਗੇ ਨੇ ਵੀ ਕੋਈ ਟ੍ਰੈਫਿਕ ਨਹੀਂ ਆ ਗਿਆ ਤੇ ਰੈਡ ਲਾਈਟ ਤੇ ਅਸੀਂ ਕ੍ਰਾਸ ਕਰ ਜਾਈਏ। ਲੇਕਿਨ ਜੇ ਤੁਹਾਡੇ ਨਾਲ ਛੋਟੇ ਬੱਚੇ ਹੈਗੇ ਨੇ, 2 ਜਾਂ 3 ਸਾਲ ਦੇ ਬੱਚੇ ਹੈਗੇ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪੇਰੈਂਟਸ ਕੀ ਕਰ ਰਹੇ ਹੈਗੇ ਨੇ। ਜੇ ਤੁਹਾਨੂੰ ਉਹ ਦੇਖਣਗੇ ਵੀ ਤੁਸੀਂ ਰੈਡ ਲਾਈਟ ਤੇ ਕ੍ਰਾਸ ਕਰ ਰਹੇ ਹੈਗੇ ਹੋ ਤੇ ਉਹ ਵੀ ਉਹੀਓ ਕਰਨਗੇ। ਤੁਸੀਂ ਉਹਨਾਂ ਨੂੰ ਜੋ ਮਰਜ਼ੀ ਕਹਿ ਲਓ, if they watch you cross at a red light they will do that. Please lead by example. ਜੇ ਤੁਸੀਂ ਬੱਚੇ ਤੁਹਾਨੂੰ ਅੱਛੀ ਚੀਜ਼ਾਂ ਕਰਦੇ ਦੇਖਣਗੇ ਤੇ ਉਹ ਵੀ ਠੀਕ ਚੀਜ਼ਾਂ ਕਰਨਗੇ। ਇੱਕ ਹੋਰ ਗੱਲ ਜਿਵੇਂ ਮੈਂ ਸਮਰ ਦੇ ਵਿੱਚ ਦੇਖਿਆ, ਜਿਵੇਂ ਡੌਗਸ ਲੋਕੀ ਆਪਣੇ ਡੌਗਸ ਵਗੈਰਾ ਨੂੰ ਵਾਕ ਤੇ ਲੈ ਕੇ ਜਾਂਦੇ ਹੈਗੇ ਨੇ ਤੇ ਕਈ ਵਾਰ ਉਹ ਉਹਨਾਂ ਦੀ ਪੋਟੀ ਚੁੱਕਣ ਵਾਸਤੇ ਜਿੱਥੇ ਤੇ ਸਾਫ਼ ਕਰਨਾ ਪੈਂਦਾ ਹੈ ਨਾ, ਉਹ ਚੁੱਕਦੇ ਹੈਗੇ ਨੇ ਤੇ ਧਿਆਨ ਨਹੀਂ ਦਿੱਤੇ ਹੈਗੇ ਨੇ ਆਸ-ਪਾਸ ਗੱਡੀਆਂ ਜਿਹੜੀ ਆ ਰਹੀਆਂ ਹੈਗੇ ਨੇ। ਤੇ ਬਹੁਤ ਸੇ ਇਸ ਤਰ੍ਹਾਂ ਦੇ ਮੈਂ ਐਕਸੀਡੈਂਟ ਦੇਖੇ ਨੇ ਜਿਨ੍ਹਾਂ ਨੇ ਲੋਕਾਂ ਨੇ ਧਿਆਨ ਨਹੀਂ ਦਿੱਤਾ ਤੇ ਉਹਨਾਂ ਦੀ ਐਕਸੀਡੈਂਟ ਹੋ ਗਿਆ।
ਇੱਕ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗੀ, ਜਿਵੇਂ ਇੱਕ ਮੇਰੇ ਕਲਾਇੰਟ ਸੇ ਬਜ਼ੁਰਗ ਆਦਮੀ ਹੈਗੇ ਸੀ, ਪਾਰਕਿੰਗ ਲਾਟ ਦੇ ਵਿੱਚ ਹੈਗੇ ਸੀ। ਉਹ ਪਾਰਕਿੰਗ ਲਾਟ ਦੇ ਵਿੱਚ ਜਾ ਰਹੇ ਹੈਗੇ ਸੀ ਤੇ ਉਹਨਾਂ ਦਾ ਚਸ਼ਮਾ ਡਿੱਗ ਪਿਆ। ਅੱਛਾ, ਜਿੱਥੇ ਉਹਨਾਂ ਦਾ ਚਸ਼ਮਾ ਡਿੱਗਿਆ ਉਹ ਇੱਕ ਗੱਡੀ ਉੱਥੇ ਪਾਰਕ ਹੋਈ ਸੀ ਤੇ ਪਾਰਕ ਗੱਡੀ ਦੇ ਬੈਕ ਦੇ ਉੱਤੇ ਉਹਨਾਂ ਦਾ ਚਸ਼ਮਾ ਗਿਰਿਆ ਤੇ ਉਹ ਆਪਣਾ ਚਸ਼ਮਾ ਚੁੱਕਣ ਵਾਸਤੇ ਉਹ ਝੁਕ ਗਏ। ਜਦੋਂ ਆਪਣਾ ਚਸ਼ਮਾ ਚੁੱਕਣ ਵਾਸਤੇ ਝੁਕੇ, ਕਿਉਂਕਿ ਉਸ ਬਜ਼ੁਰਗ ਆਦਮੀ ਸੀ, ਧੀਰੇ ਧੀਰੇ ਸਪੀਡ ਨਾਲ ਚੁੱਕਦੇ ਹੈਗੇ ਸੀ। ਜਦੋਂ ਬੰਦਾ SUV ਤੇ ਉਹਨਾਂ ਨੇ ਰਿਵਰਸ ਦੇਖਿਆ, ਉਹਨਾਂ ਨੇ ਦੇਖਿਆ ਨਹੀਂ। ਕਿਉਂ ਨਹੀਂ ਦੇਖਿਆ? ਕਿਉਂਕਿ ਬੰਦਾ ਝੁਕਿਆ ਹੋਇਆ ਸੀਗਾ ਤੇ ਉਹਨਾਂ ਨੇ ਉਹਨਾਂ ਦੇ ਉੱਤੇ ਚੜਾ ਛੱਡੀ। ਬਹੁਤ ਸੀਰੀਅਸ ਐਕਸੀਡੈਂਟ ਹੋ ਗਿਆ ਨੇ। ਬੰਦੇ ਨੂੰ, ਡਰਾਈਵਰ ਨੂੰ ਵੀ ਬੜਾ ਪਛਤਾਵਾ ਸੀਗਾ ਤੇ ਮੇਰੇ ਕਲਾਇੰਟ ਨੂੰ ਜਿਹੜੀ ਸੀਰੀਅਸ ਇੰਜਰੀ ਹੋਈਆਂ ਉਹ ਤੇ ਹੋਈਆਂ ਹੀ ਹੋਈਆਂ। ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਪਾਰਕਿੰਗ ਲਾਟ ਦੇ ਵਿੱਚ ਕਰਦੇ ਹੈਗੇ ਹੋ, ਪੇ ਅਟੈਂਸ਼ਨ ਵੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖੋ ਵੀ ਤੁਸੀਂ ਝੁਕ ਰਹੇ ਹੈਗੇ ਹੋ, ਵੀ ਡਰਾਈਵਰ ਨੂੰ ਤੁਸੀਂ ਦਿਖੋਗੇ ਜਾਂ ਨਹੀਂ ਦਿਖੋਗੇ। ਕਈ ਵਾਰ ਹੋਰ ਇੱਕ ਗੱਲ ਹੈਗੀ, ਲੋਕੀ ਹੈੱਡਫੋਨ ਲੈ ਕੇ ਅੱਜ ਕੱਲ੍ਹ ਚੱਲਦੇ ਹੈਗੇ ਨੇ। ਹੈੱਡਫੋਨ ਦੇ ਵਿੱਚ ਮਿਊਜ਼ਿਕ ਹੋਏ ਜਾਂ ਤੁਸੀਂ ਫੋਨ ਦੇ ਕਿਸੇ ਨਾਲ ਗੱਲ ਕਰਦੇ ਹੋਏ, ਜੇ ਕੋਈ ਬੰਦਾ ਤੁਹਾਨੂੰ ਡੇਂਜਰ ਦਾ ਸਿਗਨਲ ਦੇਣਾ ਵੀ ਹੈਗਾ, ਆਪਣਾ ਹੌਂਕ ਵੀ ਕਰ ਰਿਹਾ ਹੈਗਾ ਗੱਡੀ, ਜੇ ਉਹਨਾਂ ਦੀ ਬ੍ਰੇਕ ਫੇਲ ਹੋ ਗਈ ਜਾਂ ਹੋਰ ਕੋਈ ਡੇਂਜਰ ਹੈਗਾ, ਤੁਹਾਨੂੰ ਉਹ ਇਸ਼ਾਰਾ ਕਰ ਰਿਹਾ ਹੈਗਾ, ਇਫ ਯੂ ਬਲਾਸਟਿੰਗ ਯੂਰ ਮਿਊਜ਼ਿਕ, ਤੁਸੀਂ ਉਹ ਸੁਣ ਪਾਓਗੇ। ਤੇ ਪਲੀਜ਼ ਡੋਂਟ ਬੀ ਔਨ ਯੂਰ ਹੈੱਡਫੋਨਸ ਆਲ ਦ ਟਾਈਮ, ਪੇ ਅਟੈਂਸ਼ਨ। ਤੇ ਲਾਸਟ ਟਿਪ ਹੈਗੀ ਵੀ ਰਾਤ ਦੇ ਵਕਤ ਜਦੋਂ ਅੰਧੇਰਾ ਹੁੰਦਾ ਹੈਗਾ, ਤੁਸੀਂ ਆਪਣੇ ਰਿਫਲੈਕਟਿਵ ਕੱਪੜੇ ਪਾਓ। ਜੇ ਕਈ ਅੱਜ ਕੱਲ੍ਹ ਜੈਕਟਸ ਆਉਂਦੀਆਂ ਨੇ, ਸ਼ੂਜ਼ ਆਉਂਦੀਆਂ ਨੇ ਜਿਹਦੇ ਵਿੱਚ ਰਿਫਲੈਕਟਿਵ ਸਟ੍ਰਿਪ ਲੱਗੀ ਹੁੰਦੀ ਹੈਗੀ, ਜਾਂ ਤੁਸੀਂ ਆਪਣੇ ਡੌਗ ਨੂੰ ਰਾਤੀ ਵਾਕ ਤੇ ਲੈ ਕੇ ਜਾ ਰਹੇ ਹੈਗੇ ਹੋ, ਉਹਨਾਂ ਦੀ ਲੀਸ਼ ਜਾਂ ਹਾਰਨੈਸ ਜਿਹੜੀ ਹੈਗੀ ਉਹ ਇਸ ਮਟੀਰੀਅਲ ਦੀ ਬਣੀ ਹੋ ਸਕਦੀ ਹੈਗੀ ਕਿ ਉਹ ਜਿਹੜੀ ਹੈਗੀ ਰਾਤ ਨੂੰ ਰਿਫਲੈਕਟ ਕਰਦੀ ਹੋਗੀ ਲਾਈਟ। ਤੇ ਮਤਲਬ ਬਾਟਮ ਲਾਈਨ ਹੈਗੀ ਕਿ ਤੁਸੀਂ ਵਿਜ਼ੀਬਲ ਹੈਗੇ ਹੋ ਤਾਂ ਕਿ ਡਰਾਈਵਰ ਤੁਹਾਨੂੰ ਅੱਛੇ ਤਰ੍ਹਾਂ ਸੇ ਦੇਖ ਸਕੇ। ਤੇ ਇਹ ਸਾਡੀ ਟ੍ਰਿਪਸ ਹੈਗੀਆਂ ਸੀ ਪੈਡੈਸਟਰੀਅਨ ਵਾਸਤੇ। ਨੈਕਸਟ ਵੀਕ ਅਸੀਂ ਡਰਾਈਵਰ ਵਾਸਤੇ ਟ੍ਰਿਪਸ ਲੈ ਕੇ ਆਵਾਂਗੇ ਫॉर ਪੈਡੈਸਟਰੀਅਨ ਸੇਫਟੀ। ਇਨ ਦ ਮੀਨ ਟਾਈਮ ਜੇ ਕਿਸੇ ਨੂੰ ਵੀ ਕੋਈ ਵੀ ਕੁਐਸਚਨ ਹੈਗਾ ਇਸ ਬਾਰੇ ਵਿੱਚ, ਪਲੀਜ਼ ਕਾਲ ਮੀ। ਮੇਰਾ ਨੰਬਰ ਹੈਗਾ 4167340439 416 734 0439। ਔਰ ਕੱਲ ਨੂੰ ਅਨੂ ਹੋਰੀ ਇੱਥੇ ਸਾਡੇ ਕੋਲ ਹੋਣਗੇ। ਜੇ ਤੁਸੀਂ ਕੋਈ ਵੈਸੇ ਇਹਨਾਂ ਨੂੰ ਮਿਲਣਾ ਹੋਏ, ਕਿਉਂਕਿ ਕੱਲ ਇਵੈਂਟ ਵਾਸਤੇ ਆ ਰਹੇ ਨੇ, ਸਲਾਹ ਮਸ਼ਵਰੇ ਵਾਸਤੇ ਨਹੀਂ ਆ ਰਹੇ, ਪਰ ਤੁਸੀਂ ਇਹਨਾਂ ਨੂੰ ਮਿਲਣਾ ਚਾਹੋ, ਹੈਲੋ ਕਰਨਾ ਚਾਹੋ ਤੇ ਤੁਸੀਂ ਕੱਲ ਇਹਨਾਂ ਨੂੰ ਮਿਲ ਵੀ ਸਕੋਗੇ। ਅਨੂ ਜੀ, ਕੱਲ ਮਿਲਦੇ ਆ ਫਿਰ। ਥੈਂਕ ਯੂ ਸੋ ਮਚ। ਬਿਲਕੁਲ ਥੈਂਕ ਯੂ ਰਜਿੰਦਰ ਜੀ। We'll see you tomorrow. Thank you so much.